ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਵੇਖ ਰਹੇ ਹੋ ਕਥਾ ਗੁਰਬਾਣੀ ਵਿਚਾਰ। ਸੰਗਤ ਜੀ, ਇਸ ਵੀਡੀਓ 'ਚ ਅਸੀਂ ਤੁਹਾਨੂੰ ਗੁਰੂ ਨਾਨਕ ਪਾਤਸ਼ਾਹ ਦਾ ਬਿਰਤਾਂਤ ਸੁਣਾਉਣ ਜਾ ਰਹੇ ਹਾਂ। ਜਿੱਥੇ ਅਸੀਂ ਕੱਲ੍ਹ ਛੱਡਿਆ ਸੀ ਉੱਥੋਂ ਹੀ ਸ਼ੁਰੂ ਕਰਦੇ ਹਾਂ। ਸੋ ਗੁਰੂ ਜੀ ਜਦੋਂ ਆਪਣੀਆਂ ਗਊਆਂ ਮੱਝਾਂ ਚਾਰਨ ਅਤੇ ਖੇਤੀ ਕਰਦੇ, ਗੁਰੂ ਜੀ ਨੂੰ ਇਸ ਤਰ੍ਹਾਂ ਚੁੱਪਚਾਪ ਬਿਨਾਂ ਕਿਸੇ ਕਾਰ ਵਿਹਾਰ ਦੇ ਘਰ ਵਿੱਚ ਹੀ ਲੇਟੇ ਰਹਿਣ ਵੇਖੇ ਮਹਿਤਾ ਜੀ ਨੇ ਵਿਚਾਰਿਆ ਕਿ ਇਸ ਨੂੰ ਕਿਸੇ ਕੰਮ ਧੰਦੇ ਲਾਉਣਾ ਚਾਹੀਦਾ ਹੈ, ਜਿੱਥੇ ਇਸ ਦਾ ਮਨ ਵੀ ਪਰਚਿਆ ਰਹੇ ਅਤੇ ਘਰ ਦਾ ਕੁਝ ਕੰਮ ਵੀ ਸੌਰ ਜਾਵੇਗਾ। ਇਹ ਵਿਚਾਰ ਕੇ ਮਹਿਤਾ ਜੀ ਨੇ ਗੁਰੂ ਜੀ ਨੇ ਕਿਹਾ, ਤੁਸੀਂ ਆਪਣੀਆਂ ਗਊਆਂ ਮੱਝਾਂ ਨੂੰ ਬਾਹਰ ਜੂ ਕੇ ਚਾਰ ਲਿਆਇਆ ਕਰੋ। ਤਦ ਦੂਸਰੇ ਦਿਨ ਗੁਰੂ ਜੀ ਗਈਆਂ ਮੱਝਾਂ ਲੈ ਕੇ ਬਾਹਰ ਜੂ ਵਿੱਚ ਚਾਰਨ ਲੈ ਗਏ। 3-4 ਦਿਨ ਸਭ ਕੰਮ ਠੀਕ ਚੱਲਦਾ ਰਿਹਾ। ਸਵੇਰੇ ਆਪ ਜੀ ਪਸ਼ੂਆਂ ਨੂੰ ਬਾਹਰ ਲੈ ਜਾਂਦੇ ਅਤੇ ਸੰਧਿਆ ਸਮੇਂ ਘਰ ਲੈ ਆਉਂਦੇ। ਇੱਕ ਦਿਨ ਗੁਰੂ ਜੀ ਗਈ ਮੱਝੀਆਂ ਚਰਦੀਆਂ ਛੱਡ ਕੇ ਆਪ ਅੰਤਰ ਧਿਆਨ ਹੋ ਕੇ ਆਪਣੀ ਮੌਜ ਵਿੱਚ ਬੈਠੇ ਰਹੇ। ਪਾਸ ਹੀ ਜ਼ਿਮੀਂਦਾਰ ਦਾ ਇੱਕ ਹਰਿਆ ਭਰਿਆ ਖੇਤ ਸੀ। ਗਾਈ ਮੱਝਾਂ ਨੇ ਉਸ ਵਿੱਚ ਵੜ ਕੇ ਖੇਤ ਦਾ ਬਹੁਤ ਨੁਕਸਾਨ ਕੀਤਾ। ਕੁਝ ਮੂੰਹ ਨਾਲ ਚਰ ਲਿਆ ਅਤੇ ਕੁਝ ਪੈਰਾਂ ਹੇਠਾਂ ਲਤਾੜ ਕੇ ਭੰਨ ਦਿੱਤਾ। ਇਤਨੇ ਨੂੰ ਖੇਤ ਦਾ ਮਾਲਕ ਵੀ ਆ ਗਿਆ। ਉਸਨੇ ਆਪਣੇ ਖੇਤ ਦੀ ਬੁਰੀ ਹਾਲਤ ਵੇਖ ਕੇ ਬਹੁਤ ਕਲਪਨਾ ਕੀਤੀ ਅਤੇ ਗਾਵਾਂ ਮੱਝਾਂ ਨੂੰ ਘੇਰ ਕੇ ਰਾਏ ਬੁਲਾਰ ਪਾਸ ਲੈ ਗਿਆ। ਜ਼ਿਮੀਂਦਾਰ ਨੇ ਰਾਏ ਬੁਲਾਰ ਅੱਗੇ ਪੁਕਾਰ ਕੀਤੀ, ਤੁਹਾਡੇ ਪਟਵਾਰੀ ਦੇ ਲੜਕੇ ਨੇ ਗਾਈਆਂ ਮੱਝਾਂ ਛੱਡ ਕੇ ਮੇਰਾ ਖੇਤ ਉਜਾੜ ਦਿੱਤਾ ਹੈ। ਮੈਨੂੰ ਮੇਰੀ ਖੇਤੀ ਦਾ ਹਰਜਾਨਾ ਦਿਵਾਓ। ਤਦ ਗੁਰੂ ਜੀ ਨੇ ਸਹਿਜ ਸੁਭਾਅ ਹੀ ਰਾਏ ਬੁਲਾਰ ਨੂੰ ਕਿਹਾ, ਰਾਏ ਜੀ ਆਪਣਾ ਆਦਮੀ ਭੇਜ ਕੇ ਵੇਖ ਲਵੋ, ਇਸ ਦੀ ਕੋਈ ਖੇਤੀ ਨਹੀਂ ਉਜੜੀ। ਜੇ ਉਜੜੀ ਹੋਵੇਗੀ ਤਾਂ ਅਸੀਂ ਹਰਜਾਨਾ ਭਰ ਦਿਆਂਗੇ। ਤਦ ਰਾਏ ਬੁਲਾਰ ਜੀ ਨੇ ਜਦ ਆਪਣਾ ਆਦਮੀ ਭੇਜ ਕੇ ਵੇਖਿਆ ਤਾਂ ਖੇਤੀ ਬਿਲਕੁਲ ਠੀਕ ਤੇ ਹਰੀ ਭਰੀ ਖੜੀ ਸੀ। ਜ਼ਿਮੀਂਦਾਰ ਅਤੇ ਹੋਰ ਲੋਕ ਇਸ ਕੋਤਕ ਨੂੰ ਵੇਖ ਕੇ ਬੜੇ ਹੈਰਾਨ ਹੋਏ ਅਤੇ ਗੁਰੂ ਜੀ ਦੀ ਉਸਤਤੀ ਕਰਨ ਲੱਗੇ। ਉਸ ਤੋਂ ਉਪਰੰਤ ਗੁਰੂ ਜੀ ਰੋਜ਼ ਹੀ ਗਾਈ ਮੱਝਾਂ ਨੂੰ ਚਾਰਨ ਵਾਸਤੇ ਜੰਗਲ ਜੂ ਵਿੱਚ ਲੈ ਜਾਂਦੇ ਸਨ। ਇੱਕ ਦਿਨ ਵਿਸਾਖ ਮਹੀਨੇ ਵਿੱਚ ਦੁਪਹਿਰ ਸਮੇਂ ਗਾਈ ਅਤੇ ਮੱਝਾਂ ਨੂੰ ਇੱਕ ਥਾਂ ਛਾਵੇਂ ਬਿਠਾਲ ਕੇ ਆਪ ਪਾਸ ਹੀ ਬ੍ਰਿਛ ਹੇਠਾਂ ਲੇਟ ਗਏ। ਸੂਰਜ ਢਲਣ ਦੇ ਨਾਲ ਹੀ ਜਦ ਬ੍ਰਿਛ ਦੀ ਛਾਇਆ ਵੀ ਢਲ ਗਈ ਤਾਂ ਆਪ ਜੀ ਦੇ ਮੁੱਖ ਉੱਤੇ ਸੂਰਜ ਦੀ ਧੁੱਪ ਵੇਖ ਕੇ ਇੱਕ ਚਿੱਟਾ ਸੱਪ ਆਪਣੇ ਫਨ ਨਾਲ ਛਾਂ ਕਰਕੇ ਬੈਠ ਗਿਆ। ਦੇਵਨੇਤ ਉਸ ਸਮੇਂ ਰਾਏ ਬੁਲਾਰ ਸ਼ਿਕਾਰ ਖੇਡ ਕੇ ਵਾਪਸ ਘਰ ਨੂੰ ਘੋੜੇ ਤੇ ਚੜ੍ਹਿਆ ਆਪਣੇ ਆਦਮੀਆਂ ਨਾਲ ਆ ਰਿਹਾ ਸੀ। ਉਸ ਨੂੰ ਵੇਖ ਕੇ ਸੱਪ ਉੱਥੇ ਹੀ ਲੋਪ ਹੋ ਗਿਆ। ਰਾਏ ਬੁਲਾਰ ਇਸ ਕੋਤਕ ਨੂੰ ਵੇਖ ਕੇ ਬਹੁਤ ਹੈਰਾਨ ਹੋਇਆ ਅਤੇ ਗੁਰੂ ਜੀ ਨੂੰ ਨਮਸਕਾਰ ਕਰਕੇ ਮਨ ਹੀ ਮਨ ਵਿੱਚ ਆਪ ਜੀ ਦੀ ਮਹਿਮਾ ਕਰਦਾ ਹੋਇਆ ਘਰ ਨੂੰ ਆ ਗਿਆ। ਉਸ ਤੋਂ ਉਪਰੰਤ ਇੱਕ ਦਿਨ ਸੰਧਿਆ ਸਮੇਂ ਜਦ ਗੁਰੂ ਜੀ ਆਪਣੀਆਂ ਗਾਈਆਂ ਮੱਝਾਂ ਚਾਰ ਕੇ ਘਰ ਆ ਰਹੇ ਸਨ ਤਾਂ ਮਾਤਾ ਤ੍ਰਿਪਜਾ ਜੀ ਨੇ ਮਹਿਤਾ ਜੀ ਨੂੰ ਕਿਹਾ ਕਿ ਗਰਮੀ ਦੀ ਲੂ ਨਾਲ ਨਾਨਕ ਜੀ ਦਾ ਰੰਗ ਵੀ ਕਾਲਾ ਹੋ ਗਿਆ ਹੈ। ਇਸ ਨੂੰ ਇਤਨੀ ਗਰਮੀ ਦੀ ਰੁੱਤ ਵਿੱਚ ਮਾਲ ਚਾਰਨ ਨਾ ਭੇਜਿਆ ਕਰੋ। ਮਹਿਤਾ ਜੀ ਨੇ ਆਪਣੀ ਸੁਪੁੱਤਰੀ ਪਾਸੋਂ ਪੁੱਤਰ ਪਿਆਰ ਦੀਆਂ ਅਜਿਹੀਆਂ ਗੱਲਾਂ ਸੁਣ ਕੇ ਗੁਰੂ ਜੀ ਨੂੰ ਪਸ਼ੂ ਚਾਰਨ ਵਾਸਤੇ ਬਾਹਰ ਭੇਜਣਾ ਬੰਦ ਕਰ ਦਿੱਤਾ ਅਤੇ ਆਪ ਜੀ ਘਰ ਵਿੱਚ ਹੀ ਆਨੰਦ ਲੈਣ ਲੱਗੇ। ਉਸ ਤੋਂ ਉਪਰੰਤ ਗੁਰੂ ਜੀ ਖੇਤੀ ਕਰਨ ਲੱਗੇ। ਜਦ ਗਰਮੀ ਦੀ ਰੁੱਤ ਲੰਘ ਗਈ ਅਤੇ ਬਰਖਾ ਦੀ ਰੁੱਤ ਸਾਉਣ ਭਾਦਰੋਂ ਆ ਗਈ ਤਾਂ ਮਹਿਤਾ ਜੀ ਨੇ ਇਹ ਵਿਚਾਰ ਕਰਕੇ ਕਿ ਇਸ ਨੂੰ ਵਿਹਲਾ ਬੈਠਣ ਦੇਣਾ ਠੀਕ ਨਹੀਂ ਹੈ ਅਤੇ ਫਸਲ ਬੀਜਣ ਦਾ ਸਮਾਂ ਹੈ, ਇਸ ਵਾਸਤੇ ਨਾਨਕ ਜੀ ਨੂੰ ਖੇਤੀ ਬੀਜਣ ਦਾ ਕੰਮ ਕਰਨਾ ਚਾਹੀਦਾ ਹੈ। ਇਸ ਤਰ੍ਹਾਂ ਇੱਕ ਨੌਕਰ ਨਾਲ ਬੈਲਾਂ ਦੇ ਜੋੜੀ ਆਦਿ ਤਿਆਰ ਕਰਕੇ ਮਹਿਤਾ ਜੀ ਨੇ ਗੁਰੂ ਜੀ ਨੂੰ ਕਣਕ ਬੀਜਣ ਵਾਸਤੇ ਖੇਤ ਵਿੱਚ ਭੇਜ ਦਿੱਤਾ। ਗੁਰੂ ਜੀ ਨੇ ਜ਼ਮੀਨ ਵਿੱਚ ਵਿਰਲੇ ਵਿਰਲੇ ਸਿਆੜ ਕੱਢ ਕੇ ਸਾਰਾ ਬੀਜ ਖਿਲਾਰ ਦਿੱਤਾ। 4-5 ਦਿਨ ਪਿੱਛੋਂ ਜਦ ਮਹਿਤਾ ਕਾਲੂ ਜੀ ਨੇ ਜਾ ਕੇ ਵੇਖਿਆ ਤਦ ਸਾਰੇ ਖੇਤ ਵਿੱਚ ਬਹੁਤ ਸੰਘਣੀ ਹਰੀ ਅੰਗੂਰੀ ਖੜੀ ਹੈ ਤਾਂ ਉਹ ਬਹੁਤ ਪ੍ਰਸੰਨ ਹੋਏ ਅਤੇ ਗੁਰੂ ਜੀ ਦੀ ਵਡਿਆਈ ਕਰਨ ਲੱਗੇ। ਗੁਰੂ ਜੀ ਨੇ ਖੇਤੀ ਉਜਾੜ ਦੇਣੀ
ਅਤੇ ਵਿਰਾਗ ਧਾਰਨਾ। ਪਿਤਾ ਕਾਲੂ ਚੰਦ ਜੀ ਦੀਆਂ ਧਨ ਖੱਟਣ ਦੀਆਂ ਖੁਸ਼ੀਆਂ ਨੂੰ ਮੋੜਾ ਪਾਉਣ ਵਾਸਤੇ ਗੁਰੂ ਜੀ ਜਦ ਖੇਤ ਦੀ ਰਾਖੀ ਕਰਨ ਜਾਂਦੇ ਤਾਂ ਆਪਣੀ ਖੇਤੀ ਵਿੱਚੋਂ ਕਿਸੇ ਵੀ ਪਸ਼ੂ ਨੂੰ ਬਾਹਰ ਨਾ ਕੱਢਦੇ, ਜਿਸ ਕਰਕੇ ਸਾਰੀ ਖੇਤੀ ਪਸ਼ੂਆਂ ਨੂੰ ਚਰ ਲਈ। ਇੱਕ ਦਿਨ ਖੇਤੀ ਉਜੜੀ ਵੇਖ ਕੇ ਮਹਿਤਾ ਜੀ ਨੇ ਗੁਰੂ ਜੀ ਨੂੰ ਕ੍ਰੋਧ ਦੇ ਬਚਨ ਆਖੇ। ਖੇਤੀ ਦਾ ਕੰਮ ਤਿਆਗ ਕੇ ਗੁਰੂ ਜੀ ਪਿੰਡ ਤੋਂ ਬਾਹਰ ਦੂਰ ਇੱਕ ਬ੍ਰਿਛ ਹੇਠਾਂ ਸਾਰਾ ਦਿਨ ਇਕੱਲੇ ਬੈਠੇ ਰਹਿੰਦੇ, ਹਰ ਵੇਲੇ ਵਿਰਾਗ ਵਿੱਚ ਹੀ ਮਸਤ ਰਹਿੰਦੇ। ਕੁਝ ਦਿਨਾਂ ਉਪਰੰਤ ਖਾਣਾ ਪੀਣਾ ਵੀ ਤਿਆਗ ਦਿੱਤਾ ਅਤੇ ਇੱਕ ਦਿਨ ਦੁਪਹਿਰ ਢਲੀ ਦੇ ਸਮੇਂ ਬਾਹਰ ਜਾ ਕੇ ਆਪ ਜੀ ਇੱਕ ਬ੍ਰਿਛ ਹੇਠਾਂ ਚਾਦਰ ਵਿਛਾ ਕੇ ਸੁੱਤੇ ਹੋਏ ਸਨ। ਉਸ ਸਮੇਂ ਸਭ ਬ੍ਰਿਛਾਂ ਦੇ ਪਰਛਾਵੇਂ ਢਲੇ ਹੋਏ ਸਨ, ਪਰ ਜਿਸ ਬ੍ਰਿਛ ਹੇਠਾਂ ਗੁਰੂ ਜੀ ਸੁੱਤੇ ਹੋਏ ਸਨ ਉਸ ਦਾ ਪਰਛਾਵਾਂ ਜਿਉਂ ਦਾ ਤਿਉਂ ਉੱਥੇ ਹੀ ਖੜਾ ਸੀ। 2 ਘੜੀ ਉਪਰੰਤ ਆਪਣੇ ਖੇਤਾਂ ਦੀ ਨਿਗਰਾਨੀ ਕਰਦਾ ਹੋਇਆ ਘੋੜੇ 'ਤੇ ਚੜ੍ਹਿਆ ਹੋਇਆ ਉੱਧਰ ਰਾਏ ਬੁਲਾਰ ਆ ਗਿਆ। ਇਹ ਕੌਤਕ ਵੇਖ ਕੇ ਉਸ ਨੂੰ ਬੜਾ ਅਚੰਭਾ ਹੋਇਆ। ਉਸ ਨੇ ਆਪਣੇ ਆਦਮੀਆਂ ਨੂੰ ਦੱਸਿਆ ਕਿ ਵੇਖੋ, ਜਿਸ ਬ੍ਰਿਛਾਂ ਹੇਠਾਂ ਗੁਰੂ ਨਾਨਕ ਸੁੱਤੇ ਹੋਏ ਹਨ ਉਸ ਦਾ ਪਰਛਾਵਾਂ ਉੱਥੇ ਹੀ ਆਪ ਜੀ ਉੱਪਰ ਖੜਾ ਹੈ। ਇਹ ਨਿਸ਼ਚੇ ਹੀ ਕੋਈ ਅਵਤਾਰ ਹਨ, ਪਰ ਆਪਣੇ ਆਪ ਨੂੰ ਪ੍ਰਗਟ ਨਹੀਂ ਕਰਨਾ ਚਾਹੁੰਦੇ। ਇਸ ਤੋਂ ਪਹਿਲਾਂ ਵੀ ਇੱਕ ਕੌਤਕ ਵੇਖਿਆ ਸੀ। ਇਹਨਾਂ ਉੱਤੇ ਇੱਕ ਸੱਪ ਨੇ ਆਪਣੇ ਫਨ ਨਾਲ ਛਾਇਆ ਕੀਤੀ ਹੋਈ ਸੀ। ਇਸ ਤਰ੍ਹਾਂ ਦੀ ਵਡਿਆਈ ਕਰਦਾ ਹੋਇਆ ਰਾਏ ਬੁਲਾਰ ਆਪ ਜੀ ਨੂੰ ਨਮਸਕਾਰ ਕਰਕੇ ਘਰ ਨੂੰ ਆ ਗਿਆ। ਰਾਏ ਬੁਲਾਰ ਨੇ ਮਹਿਤਾ ਕਾਲੂ ਜੀ ਨੂੰ ਆਖਿਆ ਕਿ ਤੂੰ ਵੱਡੇ ਭਾਗਾ ਵਾਲਾ ਹੈ, ਜਿਸ ਦੇ ਘਰ ਨਾਨਕ ਵਰਗਾ ਪੁੱਤਰ ਜਨਮਿਆ ਹੈ। ਇਸ ਨੂੰ ਅੱਗੇ ਤੋਂ ਕਦੀ ਕੋਈ ਕੌੜਾ ਬੋਲ ਨਾ ਬੋਲਣਾ। ਮੇਰੇ ਵੱਲੋਂ ਇੱਕ ਸੁੰਦਰ ਪੁਸ਼ਾਕ ਲੈ ਜਾਓ ਅਤੇ ਨਾਨਕ ਜੀ ਨੂੰ ਪਹਿਨਾਓ। ਅੱਗੋਂ ਤੋਂ ਵੀ ਮੈਨੂੰ ਉਹਨਾਂ ਦੀ ਹਰ ਪ੍ਰਕਾਰ ਦੀ ਲੋੜ ਅਨੁਸਾਰ ਸੇਵਾ ਕਰਨ ਨੂੰ ਤਿਆਰ ਹਾਂ। ਮਹਿਤਾ ਜੀ ਨੇ ਕਿਹਾ, ਰਾਏ ਜੀ, ਆਪ ਜੀ ਦਾ ਦਿੱਤਾ ਸਭ ਕੁਝ ਹੈ, ਪਰ ਮੈਨੂੰ ਇਹ ਚਿੰਤਾ ਖਾਈ ਜਾਂਦੀ ਹੈ ਕਿ ਇਸ ਨੂੰ ਜਿਸ ਕੰਮ 'ਤੇ ਵੀ ਮੈਂ ਲਾਇਆ ਹੈ ਉਸ ਨੂੰ ਇਸ 'ਤੇ ਸਵਾਰਿਆ ਨਹੀਂ, ਵਿਗਾੜਿਆ ਹੀ ਹੈ। ਹੁਣ ਵੀ ਵੇਖੋ, ਮਸਤਾਨਿਆਂ ਵਾਂਗੂ ਪਿੰਡ ਤੋਂ ਬਾਹਰ ਜਾ ਕੇ ਸਾਰਾ ਦਿਨ ਬੈਠਾ ਰਹਿੰਦਾ ਹੈ। ਤੁਸੀਂ ਇਸ ਦੀ ਬੜੀ ਸਿਫਤ ਕਰਦੇ ਹੋ, ਪਰ ਮੈਨੂੰ ਤਾਂ ਇਸ ਵਿੱਚ ਕੁਝ ਵੀ ਨਜ਼ਰ ਨਹੀਂ ਆਉਂਦਾ। ਰਾਏ ਬੁਲਾਰ ਨੇ ਕਿਹਾ, ਮਹਿਤਾ ਕਾਲੂ ਚੰਦ, ਤੇਰੀ ਬੁੱਧੀ ਧਨ ਖੱਟਣ ਵਿੱਚ ਫਸੀ ਹੋਈ ਹੈ, ਇਹਨਾਂ ਦੇ ਦੈਵੀ ਗੁਣਾਂ ਨੂੰ ਨਹੀਂ ਜਾਣ ਸਕਦੀ। ਤੂੰ ਚਿੰਤਾ ਨਾ ਕਰ, ਤੈਨੂੰ ਛੇਤੀ ਹੀ ਸਭ ਕੁਝ ਪਤਾ ਲੱਗ ਜਾਵੇਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੇਕਰ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੈ, ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਅਤੇ ਜੇਕਰ ਤੁਸੀਂ ਇਸ ਚੈਨਲ 'ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਅਤੇ ਬੈਲ ਆਈਕਨ ਦਬਾ ਲਵੋ ਤਾਂ ਕਿ ਹਰ ਨੋਟੀਫਿਕੇਸ਼ਨ ਤੁਹਾਡੇ ਤੱਕ ਪਹਿਲਾਂ ਪਹੁੰਚ ਜਾਵੇ।